ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਲੋਕ ਸਭਾ ਇਲੈਕਸ਼ਨ ਦੇ ਲਈ ਚੋਣ ਸਮੱਗਰੀ ਜਿਹੜੀ ਛਪਾਈ ਉਸ ਨੂੰ ਚੋਣ ਕਮਿਸ਼ਨ ਨੇ ਰਿਜੈਕਟ ਕਰ ਦਿੱਤਾ। ਕਿਉਂ ਰਿਜੈਕਟ ਕੀਤਾ? ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਸਾਡੇ ਨਾਲ ਜਿਹਦਾ ਗੱਲਬਾਤ ਕਰ ਲੈਣਾ। ਚੀਮਾ ਸਾਹਿਬ, ਰਿਜੈਕਟ ਹੋਈ ਹੈ ਤੁਹਾਡੀ ਚੋਣ ਸਮੱਗਰੀ, ਕੀ ਕਾਰਨ ਦੱਸੇ ਚੋਣ ਕਮਿਸ਼ਨ ਨੇ? ਅਜਿਹਾ ਕੀ ਲਿਖਤਾ ਤੁਸੀਂ ਕਿ ਉਹਨਾਂ ਨੇ ਕਿਹਾ ਕਿ ਇਹ ਮਨਜ਼ੂਰ ਨਹੀਂ ਸਾਨੂੰ? ਅਸੀਂ ਤੇ ਜੋ ਲਿਖਿਆ ਤੁਹਾਡੇ ਸਾਹਮਣੇ ਸਾਰੇ ਸੰਗਰੂਰ ਦੇ ਵੋਟਰਾਂ ਨੂੰ ਲਿਖਿਆ, ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਔਰ ਸਾਰੇ ਬੰਦੀ ਵੀਰਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਮੈਨੂੰ ਨਹੀਂ ਸਮਝ ਲੱਗਿਆ ਕਿ ਕਮਿਸ਼ਨ ਸਾਡੀ ਗੱਲ ਨੂੰ ਕਿਉਂ ਨਹੀਂ ਸਮਝ ਪਾਇਆ। ਚੰਗਾ ਹੁੰਦਾ ਜੇ ਕਮੇਟੀ ਸਾਨੂੰ ਬੁਲਾ ਲੈਂਦੀ, ਅਸੀਂ ਐਕਸਪਲੇਨ ਕਰਦੇ। ਅੱਗੇ ਰਵਾਇਤ ਰਹੀ ਹੈ ਕਿ ਜਦੋਂ ਕੋਈ ਤੁਸੀਂ ਇਲੈਕਸ਼ਨ ਮਟੀਰੀਅਲ, ਕੋਈ ਵੀਡੀਓ, ਕੋਈ ਆਡੀਓ ਭੇਜਦੇ ਹੋ, ਕਈ ਵਾਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਵਰਡ ਹੈ ਕਿਸੇ ਨੂੰ ਅਫੈਂਡ ਨਾ ਕਰੇ, ਉਹ ਸਾਨੂੰ ਦੱਸਦੇ ਆ, ਅਸੀਂ ਚੇਂਜ ਕਰ ਦਿੰਦੇ। ਅਸੀਂ ਵੀ ਸਹਿਮਤ ਹੁੰਦੇ ਹਾਂ। ਸਪੀਚਸ ਹੁੰਦੀਆਂ ਨੇ, ਉਹਦੇ ਵਿੱਚ ਕੋਈ ਸ਼ਬਦ ਹੁੰਦਾ, ਉਹ ਕਹਿੰਦੇ ਹੁੰਦੇ ਕਿ ਤੁਸੀਂ ਨਹੀਂ ਕਹਿਣਾ ਚਾਹੀਦਾ। ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਵੀ ਕੋਈ ਗੱਲ ਨਹੀਂ, ਜਿਹੜਾ ਸ਼ਬਦ ਤੁਹਾਨੂੰ ਠੀਕ ਲੱਗਦਾ ਸੀ ਉਹ ਪਾ ਲੈਂਦੇ। ਪਰ ਇਹਦੇ ਵਿੱਚ ਤਾਂ ਤੁਸੀਂ ਦੇਖੋ ਕਿਤੇ ਵੀ ਇੱਕ ਵਰਡ ਨਹੀਂ ਜਿਹੜਾ ਕਿਸੇ ਦੇ ਅਗੇਂਸਟ ਹੋਵੇ। ਅਸੀਂ ਸਿਰਫ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਜਿਹੜਾ ਉਹਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਉਠਾਇਆ। ਜਨਤਾ ਦੇਸ਼ ਦੇ ਵਿੱਚ ਸਭ ਤੋਂ ਸੁਪਰੀਮ ਹੈ। ਸੰਵਿਧਾਨ ਵੀ ਆਪਣੀ ਸ਼ਕਤੀ ਜਿਹੜੀ ਹੈ ਜਨਤਾ ਤੋਂ ਡਰਾ ਕਰਦਾ। ਅਸੀਂ ਲਿਖ ਰਹੇ ਕਿ 25 ਸਾਲ 30 ਸਾਲ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਮੇਰੇ ਬੰਦੀ ਵੀਰਾਂ ਨੂੰ ਰਿਹਾ ਕਰਵਾਓ। ਮੇਰੇ ਵੀਰ ਜਿੰਦਾ ਸ਼ਹੀਦ ਭਾਈ ਰਾਜੂ ਉਹਨਾਂ ਦੇ ਗਲੇ 'ਚੋਂ ਫਾਂਸੀ ਦਾ ਫੰਦਾ ਲਓ। ਦੱਸੋ ਇਹ ਕਿਹਦੇ ਅਗੇਂਸਟ ਹੈ? ਤੁਸੀਂ ਉਹ ਲੋਕ ਜਿਹੜੇ 28 30 ਸਾਲ 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੇ ਇਨਸਾਫ ਦੀ ਜੇ ਗੱਲ ਨਹੀਂ ਕਰੋਗੇ ਤਾਂ ਫਿਰ ਫਰੀडम ਆਫ ਐਕਸਪ੍ਰੈਸ਼ਨ ਕਿੱਥੇ ਗਈ? ਫਰੀडम ਆਫ ਸਪੀਚ ਕਿੱਥੇ ਗਈ? ਇਹੀ ਤਾਂ ਇੱਕ ਫੋਰਮ ਹੈ ਜਿੱਥੇ ਤੁਸੀਂ ਬੇਇਨਸਾਫੀ ਦੀ ਗੱਲ ਪਬਲਿਕ ਦੇ ਵਿੱਚ ਰੱਖ ਸਕਦੇ ਹੋ। ਜਦੋਂ ਸਿਸਟਮ ਤੁਹਾਡੇ ਨਾਲ ਇਨਸਾਫ ਨਹੀਂ ਕਰਦਾ ਤੇ ਫਿਰ ਪਬਲਿਕ ਦਾ ਪਲੇਟਫਾਰਮ ਸਭ ਤੋਂ ਵੱਡਾ ਪਲੇਟਫਾਰਮ ਹੈ। ਉੱਥੇ ਤੁਸੀਂ ਆਪਣੀ ਗੱਲ ਰੱਖਣ ਤੋਂ ਵੀ ਜੇ ਰੋਕੋਗੇ ਤਾਂ ਫਿਰ ਤਾਂ ਐਮਰਜੈਂਸੀ ਵਾਲੇ ਹਾਲਾਤ ਹੋ ਗਏ। ਕੋਈ ਸ਼ਬਦ ਦੱਸੇ, ਜਿਵੇਂ ਤੁਸੀਂ ਇਸ 'ਚ ਜਿੰਦਾ ਸ਼ਹੀਦ ਸ਼ਬਦ ਯੂਜ਼ ਕੀਤਾ ਹੈ, ਪੰਥਕ ਜਥੇਬੰਦੀਆਂ ਸ਼ਬਦ ਯੂਜ਼ ਕੀਤਾ ਹੈ, ਕੀ ਸ਼ਬਦ ਦੱਸੇ ਵੀ ਇਹਨਾਂ ਤੋਂ ਸਾਨੂੰ ਇਤਰਾਜ਼ ਹੈਗਾ? ਨਹੀਂ, ਮੈਂ ਸਾਨੂੰ ਤਾਂ ਕੋਈ ਦੱਸਣ ਪੰਥਕ ਜਥੇਬੰਦੀ ਕੀ ਮਾੜਾ ਸ਼ਬਦ ਹੈ। ਪੰਥਕ ਜਥੇਬੰਦੀਆਂ ਕਿ ਜੇ ਕਿਸੇ ਨੂੰ ਸਪੋਰਟ ਕਰਦੀਆਂ ਸਾਰੇ ਵੋਟਰਸ ਨੇ ਤੇ ਉਹਦੇ 'ਚ ਕਿਸੇ ਨੂੰ ਕੀ ਇਤਰਾਜ਼ ਹੈ? ਕੋਈ ਇਹ ਸ਼ਬਦ ਕਿਸੇ ਦੇ ਅਗੇਂਸਟ ਹੈ? ਨਹੀਂ, ਧਰਮ ਦੇ ਨਾਲ ਜੋੜਿਆ ਜੋ ਪਹਿਚਾਣ ਹੈ ਕਿਸੇ ਜਥੇਬੰਦੀ ਦੀ, ਉਹ ਪੰਥਕ ਜਥੇਬੰਦੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਸੰਤ ਸਮਾਜ ਹੈ, ਦੂਜੇ ਨੇ। ਉਹ ਹੁਣ ਸਾਰੇ ਜਿਹੜੇ ਹੈਗੇ ਆ ਪੰਥਕ ਜਥੇਬੰਦੀਆਂ, ਉਹਦੇ ਤੇ ਕਿਸੇ ਨੂੰ ਕੀ ਇਤਰਾਜ਼ ਹੋਏਗਾ? ਦੱਸੋ। ਇਸ ਨੂੰ ਧਰਮ ਨਾਲ ਵੀ ਜੋੜ ਕੇ ਦੇ ਸਕਦਾ ਇਲੈਕਸ਼ਨ ਕਮਿਸ਼ਨ ਦੀ ਧਰਮ ਨਾਲ ਅਪੀਲ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕਰ ਰਹੇ। ਇਹੀ ਪੋਸਟਰ ਲੈ ਕੇ ਸਾਡਾ ਹਿੰਦੂ ਵੀਰ ਜਾਏਗਾ, ਇਹੀ ਪੋਸਟਰ ਲੈ ਕੇ ਸਾਡਾ ਮੁਸਲਮਾਨ ਵੀਰ ਜਾਏਗਾ, ਇਹੀ ਪੋਸਟਰ ਲੈ ਕੇ ਸਾਡਾ ਸਾਈ ਵੀਰ ਜਾ ਰਿਹਾ, ਤੇ ਇਤਰਾਜ਼ ਕਿਹਨੂੰ ਹੈ? ਤੁਹਾਡਾ ਮੇਨ ਆਪਾਂ ਕੀ ਮੁੱਦੇ ਉੱਪਰ ਇਸੇ ਉੱਪਰ ਫੋਕਸ ਹੈ। ਹਲਕਾ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਤੇ ਵੋਟਰ ਸਾਰੇ ਆ, ਸਾਰੇ ਧਰਮਾਂ ਦੇ ਵੋਟਰ ਆ। ਇਸ ਕਰਕੇ ਕਮਿਸ਼ਨ ਨੂੰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਬਜੈਕਸ਼ਨ ਨਹੀਂ ਸੀ ਕਰਨਾ ਚਾਹੀਦਾ। ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਹੱਕ ਹੈ ਉਹ ਇਤਰਾਜ਼ ਉਠਾਉਣ। ਡੈਮੋਕ੍ਰੇਸੀ ਹੈ ਕੀ ਹੈ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਇਤਰਾਜ਼ ਕਰ ਲੈਣ ਪਬਲਿਕ ਦੇ ਵਿੱਚ। ਸੁਪਰੀਮ ਪਬਲਿਕ ਹੈ, ਜੱਜ ਪਬਲਿਕ ਹੈ ਇਸ ਵੇਲੇ। ਉਹ ਸਾਡੇ ਅਗੇਂਸਟ ਜੋ ਉਹਨਾਂ ਦਾ ਵੱਖਰਾ ਵਿਊ ਪੁਆਇੰਟ ਹੈ ਅਸੀਂ ਰਿਸਪੈਕਟ ਕਰਦੇ ਹਾਂ। ਉਨੇ ਦਿਨ ਸਾਨੂੰ ਮਿਲੇ ਨੇ, ਉਨੇ ਦਿਨ ਉਹਨਾਂ ਨੂੰ ਮਿਲੇ ਨੇ। ਉਹ ਸਾਡੇ ਖਿਲਾਫ ਜੋ ਕਹਿਣਾ ਕਹਿਣ। ਉੱਥੇ ਕਿਉਂ ਕਰ ਰਿਹਾ ਇਲੈਕਸ਼ਨ ਕਮਿਸ਼ਨ? ਕੋਈ ਸਾਜ਼ਿਸ਼ ਦੇ ਤਹਿਤ ਲੱਗਦਾ ਤੁਹਾਨੂੰ? ਨਹੀਂ ਹੋਈ ਹੈ, ਸਾਨੂੰ ਤਾਂ ਹੈਰਾਨੀ ਹੋਈ ਹੈ। ਅਸੀਂ ਤਾਂ ਬੜਾ ਸੋਚ ਸਮਝ ਕੇ ਇੱਕ ਇੱਕ ਸ਼ਬਦ ਲਿਖਿਆ ਕਿ ਜਿਹੜਾ ਕਿਸੇ ਧਰਮਾਂ 'ਚ ਕੋਈ ਵੰਡੀ ਨਾ ਪਾਉਂਦਾ ਹੋਵੇ, ਕਿਉਂਕਿ ਸਾਡਾ ਇਤਿਹਾਸ ਹੈ। ਅਸੀਂ ਐਮਰਜੈਂਸੀ ਦੀ ਵੀ ਲੜਾਈ ਲੜੀ ਹੈ। ਜਦੋਂ ਇਸ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਖਤਮ ਕਰਨ ਦੀ ਗੱਲ ਹੋਈ ਸੀ, ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਆਇਆ ਸੀ। ਸਾਨੂੰ ਦਰਦ ਹੈ ਆਪਣੇ ਸੰਵਿਧਾਨ ਦਾ। ਅਸੀਂ ਹਮੇਸ਼ਾ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹਾਂ। ਅਸੀਂ ਮਾਡਲ ਕੋਡ ਆਫ ਕੰਡਕਟ ਨੂੰ ਹਮੇਸ਼ਾ ਮੰਨਦੇ ਹਾਂ। ਕਦੀ ਵੀ ਸਾਡੇ ਕਿਸੇ ਐਜੀਟੇਸ਼ਨ ਦੇ ਵਿੱਚ ਵੀ ਕੋਈ ਹਿੰਸਕ ਕਾਰਵਾਈ ਨਹੀਂ ਹੋਈ। ਇਸ ਕਰਕੇ ਅਸੀਂ ਤਾਂ ਲਾਅ ਅਬਾਈਡਿੰਗ ਹਾਂ। ਬੜਾ ਵੱਡਾ ਇਤਿਹਾਸਕ ਰੋਲ ਹੈ ਸਾਡਾ ਦੇਸ਼ ਦੀ ਆਜ਼ਾਦੀ ਦੇ ਵਿੱਚ, ਪੰਜਾਬੀ ਸੂਬੇ ਮੋਰਚਾ ਬਣਾਉਣ ਦੇ ਵਿੱਚ, ਪੰਜਾਬੀ ਸੂਬਾ ਬਣਾਉਣ ਦੇ ਵਿੱਚ। ਇਸ ਕਰਕੇ ਜਿਹਨੇ ਪਾਣੀਆਂ ਦੀ ਲੜਾਈ ਲੜੀ, ਜਿਹਨੇ ਪੰਜਾਬੀ ਮਾਂ ਬੋਲੀ ਦੀ ਲੜਾਈ ਲੜੀ, ਸਾਰੇ ਜੋ ਕਹਿ ਕੇ ਤੁਸੀਂ ਸਾਨੂੰ ਕਿਤੇ ਪੁਆਇੰਟ ਆਊਟ ਤਾਂ ਕਰੋ ਨਾ ਕਿੱਥੇ ਗਲਤ ਸੀ। ਜਿਸ ਹਿਸਾਬ ਨਾਲ ਤੁਹਾਡਾ ਮੇਨ ਮੁੱਦਾ ਹੀ ਬੰਦੀ ਸਿੰਘਾਂ ਦੀ ਰਿਹਾਈ ਸੀਗਾ, ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਰਿਜੈਕਟ ਕਰ ਦਿੱਤਾ, ਤਾਂ ਫਿਰ ਹੁਣ ਮੁੱਦਾ ਕਿਵੇਂ ਅੱਗੇ ਲੈ ਕੇ ਜਾਓਗੇ ਇਸ ਨੂੰ? ਨਹੀਂ, ਅਸੀਂ ਤਾਂ ਹਾਲੇ ਕਮਿਸ਼ਨ ਕੋਲੇ ਪਹਿਲਾਂ ਜਾਵਾਂਗੇ। ਸਾਨੂੰ ਤਾਂ ਆਸ ਹੈ ਕਿ ਠੀਕ ਹੋ ਜਾਏ। ਕਿਉਂਕਿ ਜਿਹੜੀ ਹਿਊਮਨ ਰਾਈਟਸ ਦੀ ਗੱਲ ਕਰਨਾ, ਜੇ ਤੁਸੀਂ ਪਬਲਿਕ ਦੇ ਫੋਰਮ ਤੇ ਹਿਊਮਨ ਰਾਈਟਸ ਦੀ ਗੱਲ ਛੱਡ ਦਿਓਗੇ ਤਾਂ ਕਾਹਦੀ ਤੁਸੀਂ ਪੋਲੀਟੀਕਲ ਪਾਰਟੀ ਹੋ? ਬੰਦਾ 30-32 ਸਾਲ ਤੋਂ ਜੇਲ੍ਹ 'ਚ ਆਪਣੀ ਸਜ਼ਾ ਤੋਂ ਇਲਾਵਾ 2.5 ਗੁਣਾ ਸਜ਼ਾ ਭੁਗਤ ਚੁੱਕਿਆ
ਤੇ ਤੁਸੀਂ ਪਬਲਿਕ 'ਚ ਉਹਦੀ ਗੱਲ ਨਹੀਂ ਕਰ ਸਕਦੇ, ਤੁਸੀਂ ਰਾਜਨੀਤਿਕ ਪਾਰਟੀ ਕਾਹਦੀ ਹੋ? ਫਿਰ ਇਲੈਕਸ਼ਨ ਕਾਹਦੇ ਵਾਸਤੇ ਕਰਾਉਣੇ ਆ? ਜੇ ਅਸੀਂ ਡੈਮੋਕ੍ਰੇਸੀ ਮਰਡਰ ਕਰ ਦੇਣੀ, ਫਰੀडम ਆਫ ਐਕਸਪ੍ਰੈਸ਼ਨ ਹੀ ਬੰਦ ਕਰ ਦੇਣੀ, ਫਰੀडम ਆਫ ਸਪੀਚ ਹੀ ਖਤਮ ਕਰ ਦੇਣੀ, ਜਿਹੜੇ ਇੱਕ ਪ੍ਰਿਜ਼ਨਰ ਹੈ ਉਹਦੇ ਫੰਡਾਮੈਂਟਲ ਰਾਈਟਸ ਦੀ ਗੱਲ ਹੀ ਨਹੀਂ ਤੁਸੀਂ ਕਰ ਸਕਦੇ, ਤੇ ਤੁਸੀਂ ਕਾਹਦੇ ਵਾਸਤੇ ਇਲੈਕਸ਼ਨ ਲੜਨੀ? ਫਿਰ ਦੱਸੋ ਕਾਹਦੇ ਵਾਸਤੇ ਇਲੈਕਸ਼ਨ ਲੜਨੀ? ਇਲੈਕਸ਼ਨ ਕਮਿਸ਼ਨ ਕੋਲ ਅਸੀਂ ਅੱਜ ਹੀ ਡਿਟੇਲ ਬਣਾ ਕੇ ਭੇਜਾਂਗੇ ਉਹਦੇ ਨਾਲ, ਔਰ ਸਾਨੂੰ ਉਮੀਦ ਹੈ ਕਿ ਉਹ ਜਿਹੜੀ ਹੈ, ਮੇਰੇ ਖਿਆਲ ਜੇ ਸਾਨੂੰ ਬੁਲਾ ਲੈਂਦੇ, ਉਹ ਡਿਸਕਸ ਕਰ ਲੈਂਦੇ ਸਾਡੇ ਨਾਲ ਸਾਰਾ ਕੁਝ, ਤੇ ਸ਼ਾਇਦ ਉੱਥੇ ਹੀ ਅਸੀਂ ਕਲੈਰੀਫਾਈ ਹੋ ਜਾਂਦੀਆਂ ਚੀਜ਼ਾਂ। ਸ਼੍ਰੋਮਣੀ ਅਕਾਲੀ ਦਲ ਜੇਕਰ ਇਲੈਕਸ਼ਨ ਕਮਿਸ਼ਨ ਇਸ ਨੂੰ ਬਦਲਣ ਨੂੰ ਤਿਆਰ ਹੈ, ਸ਼੍ਰੋਮਣੀ ਅਕਾਲੀ ਦਲ ਨਹੀਂ, ਪਹਿਲਾਂ ਸਾਨੂੰ ਦੱਸਣਗੇ ਤਾਂ ਸਹੀ ਕੀ ਬਦਲੀਏ। ਇੱਕ ਵਾਰੀ ਨਹੀਂ, ਬੜੀ ਵਾਰੀ ਅਸੀਂ ਕਿਹਾ, ਇਹ ਕੋਈ ਪਹਿਲੀ ਇਲੈਕਸ਼ਨ ਥੋੜੀ ਹੈ। ਇਲੈਕਸ਼ਨ ਮਟੀਰੀਅਲ ਦੇ ਵਿੱਚ ਕਈ ਚੀਜ਼ਾਂ ਉਹ ਪੁਆਇੰਟ ਆਊਟ ਕਰਦੇ, ਜਿੱਥੇ ਸਾਨੂੰ ਲੱਗਦਾ ਹੁੰਦਾ ਕਿ ਉਹਨਾਂ ਦੀ ਗੱਲ ਠੀਕ ਹੈ, ਅਸੀਂ ਮੰਨ ਲੈਂਦੇ। ਕੋਈ ਸਿਆਸੀ ਪਾਰਟੀ ਦਾ ਵੀ ਪਿੱਛੇ ਹੱਥ ਲੱਗ ਰਿਹਾ ਤੁਹਾਨੂੰ? ਨਹੀਂ, ਮੈਂ ਇਦਾਂ ਨਹੀਂ ਕੋਈ ਐਲੀਗੇਸ਼ਨ ਨਹੀਂ ਲਾਉਣੀ ਚਾਹੁੰਦਾ ਕਮਿਸ਼ਨ ਤੇ, ਪਰ ਮੈਂ ਕਹਿੰਦਾ ਕਿ ਕਮਿਸ਼ਨ ਨੂੰ ਤਾਂ ਸਗੋਂ ਰਾਦਰ ਇਹ ਹੈ ਕਿ ਕਮਿਸ਼ਨ ਦਾ ਰੋਲ ਤਾਂ ਇਹੀ ਹੁੰਦਾ ਕਿ ਕਮਿਸ਼ਨ ਨਿਊਟਰਲ ਤੌਰ ਤੇ ਰਵੇ। ਇਹ ਪਾਰਟੀਆਂ ਦਾ ਕੰਮ ਹੈ, ਸਾਡੇ ਪੋਸਟਰਾਂ ਤੇ ਜੋ ਮਰਜ਼ੀ ਉਂਗਲ ਉਠਾਉਣ, ਜੋ ਮਰਜ਼ੀ ਇਸ਼ੂ ਬਣਾਉਣ, ਅਸੀਂ ਉਹਦਾ ਜਵਾਬ ਦੇਣਾ, ਕਮਿਸ਼ਨ ਨੇ ਥੋੜੀ ਦੇਣਾ, ਫੈਸਲਾ ਜਨਤਾ ਨੇ ਕਰਨਾ। ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਇਲੈਕਸ਼ਨ ਕਮਿਸ਼ਨ ਕੋਲ ਇੱਕ ਵਾਰ ਫਿਰ ਤੋਂ ਜਾਏਗਾ ਤੇ ਗੱਲਬਾਤ ਕਰੇਗਾ। ਕਹਿੰਦੇ ਸਾਨੂੰ ਮਤਭੇਦ ਦੱਸੋ ਕਿਹੜੀ ਜਗ੍ਹਾ ਤੇ, ਅਸੀਂ ਉਸ ਨੂੰ ਠੀਕ ਕਰਨ ਦੇ ਲਈ ਵੀ ਤਿਆਰ ਹਾਂ। ਕੈਮਰਾ ਪੈਨ ਸਰਬਜੀਤ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।